ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਬੈਰੀਗੇਟਾਂ ਨਾਲ ਸਾਡਾ ਪਿਛਲੇ ਸਾਲ ਤੋਂ ਐਸਾ ਸੰਬੰਧ ਬਣ ਗਿਆ ਕਿ ਸਾਨੂੰ ਹਰ ਇੱਕ ਰਾਹ 'ਚ ਬੈਰੀਗੇਟ ਮਿਲਦੇ ਆ, ਪਰ ਸਾਡੇ ਰਾਹ ਦਾ ਰੋੜਾ ਇਹ ਬੈਰੀਗੇਟ ਨਹੀਂ ਬਣ ਸਕਦਾ ਕਿ ਹਰ ਇੱਕ ਬੋਲਣ ਵਾਲੇ ਬੰਦੇ ਦੇ ਮੂਹਰੇ ਜਾਂ ਤਾਂ ਪਰਚੇ ਜਾਂ ਬੈਰੀਗੇਟ ਜਾਂ ਫਿਰ ਉਹਨੂੰ ਡਰਾਇਆ ਧਮਕਾਇਆ ਹੀ ਇੰਨੇ ਤਰੀਕੇ ਨਾਲ ਜਾਂਦਾ ਕਿ ਉਹਦੇ ਪਰਿਵਾਰ ਦੀ ਫਿਕਰ ਹੋ ਜਾਂਦੀ ਹੈ। ਹੁਣ ਸੂਬੇ ਦੀ ਵੀ ਚਾਹੇ ਅਸੀਂ ਗੱਲ ਕਰ ਲਈਏ, ਇੱਥੇ ਵੀ ਸਾਡੇ ਰਾਹ 'ਚ ਬੈਰੀਗੇਟ ਹੀ ਹੈ। ਅਸੀਂ ਕੇਂਦਰ ਨਾਲ ਤਾਂ ਜਿਹੜੀ ਲੜਾਈ ਲੜ ਰਹੇ ਹਾਂ ਉਹ ਤਾਂ ਲੜ ਹੀ ਰਹੇ ਹਾਂ, ਸੂਬੇ 'ਚ ਵੀ ਕੋਈ ਬਹੁਤਾ ਭਲਾ ਸਾਡਾ ਹੈ ਨਹੀਂ। ਸਿੱਧੇ ਤੌਰ ਤੇ ਬਹੁਤ ਸਾਰੇ ਕਾਲਜ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਐਫੀਲੀਏਟਡ ਹੈਗੇ ਨੇ, 188 ਕਾਲਜਾਂ ਦਾ ਨਾਮ ਆਉਂਦਾ, ਤਾਂ ਉਹ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਉਹਨਾਂ ਨੂੰ ਕੋਈ ਉਹਨਾਂ ਦਾ ਵਾਲੀ ਵਾਰਸ ਨਹੀਂ ਰਹਿਣਾ, ਉਸ ਤਰੀਕੇ ਨਾਲ ਨਾ ਉੱਥੋਂ ਪੈਸਾ ਆਉਣਾ, ਉਸ ਹਿਸਾਬ ਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋਣਾ ਵਿਦਿਆਰਥੀ। ਇੱਥੇ ਲੋਕ ਆਮ ਘਰਾਂ ਦੇ ਸਟੂਡੈਂਟ ਆ ਕੇ, ਜਿਵੇਂ ਬਾਈ ਨੇ ਦੱਸਿਆ ਕਿ ਪੋਲੀਟੀਸ਼ੀਅਨ ਵੀ ਪੰਜਾਬ ਦੀ ਸਿਆਸਤ 'ਚ ਵੀ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਰੋਲ ਰਿਹਾ, ਬਹੁਤ ਵੱਡੇ ਲੀਡਰ ਨੇ ਜਿਹੜੇ ਇੱਥੋਂ ਪਾਸ ਆਊਟ ਨੇ। ਇੱਥੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੀ ਇਕੱਲੀ ਯੂਨੀਵਰਸਿਟੀ ਹੋਈ ਆ, ਪੰਜਾਬ ਯੂਨੀਵਰਸਿਟੀ। ਹਾਈ ਕੋਰਟ ਹੈ ਉਹ ਵੀ ਪੰਜਾਬ ਹਰਿਆਣਾ, ਰਾਜਧਾਨੀ ਉਹ ਵੀ ਪੰਜਾਬ ਹਰਿਆਣਾ, ਇਹ ਇਕੱਲੀ ਯੂਨੀਵਰਸਿਟੀ ਹੀ ਹੈ। ਹੁਣ ਸਾਡੀ ਆਵਾਜ਼ ਨੂੰ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰਧਾਰਾ ਨੂੰ ਇਹਨਾਂ ਨੇ ਹੌਲੀ ਘੰਗੋਲਣਾ ਮਾਰਨਾ ਸ਼ੁਰੂ ਕਰਤਾ। ਲੋਕਤੰਤਰ ਢਾਂਚਾ ਜਿੱਥੇ ਆ 3 ਕਾਲੇ ਕਾਨੂੰਨਾਂ ਤੋਂ ਲੈ ਕੇ ਔਰਤਾਂ ਦੀਆਂ ਗੁੱਤਾਂ ਤੱਕ ਪਹੁੰਚ ਗਿਆ। ਤੁਸੀਂ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ, ਤੇ ਮੈਨੂੰ ਸ਼ਰਮ ਆਉਂਦੀ ਹੈ ਉਹਨਾਂ ਲੋਕਾਂ ਤੇ ਜਿਹੜੇ ਇਹਨਾਂ ਦੇ ਗੁਲਾਮ ਬਣ ਕੇ ਚੱਲ ਰਹੇ ਆ, ਐਡੀਆਂ ਪੋਸਟਾਂ ਤੇ ਹੋ ਕੇ ਵੀ, ਐਡੇ ਰੁਤਬਿਆਂ ਦੇ ਹੋ ਕੇ ਵੀ ਉਹ ਸਰਕਾਰਾਂ ਦੀ ਗੁਲਾਮੀ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਐਮੀ ਵਿਰਕ ਨੂੰ ਲੈ ਕੇ ਵਿਵਾਦ ਛਿੜਿਆ, ਤੁਹਾਡੇ ਧਿਆਨ ਦੇ ਵਿੱਚ ਵੀ ਆਇਆ ਹੋਣਾ ਕਿ ਐਮੀ ਨੇ ਫਿਰ ਉਹੀ ਗੱਲ ਕੀਤੀ ਕਿ ਦਿੱਲੀ ਦੇ ਵਿੱਚ ਜਾਂ ਜਿਹੜੇ ਮੁੰਬਈ ਵਾਲੇ ਉਹਨਾਂ ਦੇ ਨਾਲ ਬਹਿ ਗਿਆ, ਤਾਂ ਉਹਦਾ ਵਿਰੋਧ ਹੋ ਰਿਹਾ ਕਿ ਇੱਕ ਖਾਸ ਚੈਨਲ ਦੇ ਨਾਲ ਉਹਨਾਂ ਨੇ ਕੰਮ ਕੀਤਾ। ਧਰਨੇ ਤੇ ਆ ਕੇ ਇਹ ਚੀਜ਼ਾਂ ਐਕਸਪਲੇਨ ਕਰਨੀਆਂ ਚਾਹੀਦੀਆਂ ਨੇ, ਨਾਲੇ ਲੋਕਾਂ ਨੂੰ ਲੱਗੂਗਾ ਕਿ ਸਾਡਾ ਭਰਾ ਹੈ, ਸਾਡੇ ਵਿੱਚ ਆਇਆ। ਤਾਂ ਮੈਂ ਉਹਨੂੰ ਇਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਦਿੱਲੀ ਸ਼ਮੂਲੀਅਤ ਰੱਖੇ। ਉਸ ਤੋਂ ਪਹਿਲਾਂ ਮੈਂ ਇੱਕ ਪੰਜਾਬੀ ਹਾਂ, ਜੇ ਮੈਂ ਇੱਥੇ ਆਇਆ ਤਾਂ ਸਾਡੇ ਸੂਬੇ ਦੀ ਲੜਾਈ ਹੈ, ਸਾਡੇ ਲੋਕਾਂ ਦੀ ਲੜਾਈ ਹੈ। ਅਸੀਂ ਵੀ ਇਸ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਹਾਂ, ਇਹ ਸਾਡੀ ਲੜਾਈ ਹੈ, ਉਹ ਵੀ ਧਰਨੇ ਦੇ ਵਿੱਚ ਹੈ। ਪਾਸ਼ ਲਿਖਦੇ ਨੇ ਕਿ ਇੱਥੇ ਹਰ ਥਾਂ ਇੱਕ ਬਾਰਡਰ ਹੈ, ਜਿੱਥੇ ਸਾਡੇ ਹੱਕ ਖਤਮ ਹੁੰਦੇ ਪਤਵੰਤੇ ਲੋਕਾਂ ਦੇ ਉੱਥੋਂ ਸ਼ੁਰੂ ਹੁੰਦੇ ਨੇ। ਤੇ ਇਹ ਬਾਰਡਰ ਅੱਜ ਕੱਲ੍ਹ ਸਾਨੂੰ ਵੱਖ-ਵੱਖ ਥਾਵਾਂ ਤੇ ਦੇਖਣ ਨੂੰ ਮਿਲ ਰਿਹਾ। ਹਰੇਕ ਪਾਸੇ ਜਿੱਥੇ ਲੋਕ ਸੰਘਰਸ਼ ਕਰਦੇ ਨੇ ਉੱਥੇ ਬਾਰਡਰ ਬਣਾ ਦਿੱਤੇ ਜਾਂਦੇ ਨੇ। ਦਿੱਲੀ ਦੀਆਂ ਸਰਹੱਦਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਕੰਢੇ ਲਾ ਕੇ, ਉੱਥੇ ਤਾਰਾਂ ਲਾ ਕੇ ਤੇ ਉਹਨਾਂ ਨੂੰ ਬੰਦ ਕੀਤਾ ਗਿਆ। ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ, ਜਦੋਂ ਲੋਕ ਮੁੱਖ ਮੰਤਰੀ ਤੋਂ ਆਪਣੇ ਹੱਕ ਮੰਗਣ ਜਾਂਦੇ ਨੇ ਤਾਂ ਉਹਨਾਂ ਦੇ ਘਰਾਂ ਦੇ ਮੂਹਰੇ ਵੀ ਇਦਾਂ ਦੇ ਬਾਰਡਰ ਲੱਗੇ ਹੋਏ ਨੇ। ਜਦੋਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰੀਏ, ਚੰਡੀਗੜ੍ਹ ਯੂਨੀਵਰਸਿਟੀ ਦੀ ਹੋਂਦ ਦੀ ਗੱਲ ਕਰੀਏ, ਤਾਂ ਉਹਨੂੰ ਬਚਾਉਣ ਲਈ ਵੀ ਬਾਰਡਰ ਲੱਗੇ ਹੋਏ ਨੇ, ਕਿਉਂਕਿ ਵੀਸੀ ਆਪਣੇ ਦਫ਼ਤਰਾਂ ਦੇ ਵਿੱਚ ਕਿਸੇ ਨੂੰ ਆਉਣ ਨਹੀਂ ਦਿੰਦੇ, ਤੇ ਨਾ ਹੀ ਉਹ ਜਿਹੜੇ ਵਿਦਿਆਰਥੀ ਹੱਕ ਮੰਗ ਰਹੇ ਨੇ ਉਹਨਾਂ ਦੀ ਆਵਾਜ਼ ਸੁਣ ਰਹੇ ਨੇ। ਸਾਡੇ ਨਾਲ ਅੱਜ ਜਸ ਬਾਜਵਾ ਨੇ, ਉਚੇਚੇ ਤੌਰ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਹੱਕ ਦੀ ਗੱਲ ਕਰਨਾ ਹੈ, ਨਾਲ ਦੀ ਨਾਲ ਪੰਜਾਬੀਆਂ ਦੇ ਹੱਕ ਦੀ ਗੱਲ ਕਰਨਾ ਹੈ, ਕਿਉਂਕਿ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਜਸ, ਸਭ ਤੋਂ ਪਹਿਲਾਂ ਤਾਂ ਵੱਡੀ ਕੋਸ਼ਿਸ਼ ਹੈ ਕਿ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਹੈ, ਸਿੱਧੇ ਤੌਰ ਤੇ ਨਜ਼ਰ ਆ ਰਿਹਾ ਕਿ ਯੂਨੀਵਰਸਿਟੀ ਸੈਂਟਰਲਾਈਜ਼ ਕਰ ਲਈ ਜਾਵੇ, ਪੰਜਾਬੀਆਂ ਤੋਂ ਉਹਨਾਂ ਦਾ ਰਹਿੰਦਾ ਖੁੰਦਾ ਜਿਹੜਾ ਹੱਕ ਆ ਉਹ ਖੋਹ ਲਿਆ ਜਾਵੇ। ਇਹ ਕੋਸ਼ਿਸ਼ ਨੂੰ ਹੀ ਤੁਸੀਂ ਕਿਸ ਨਜ਼ਰੀਏ? ਇਹ ਬਹੁਤ ਮੇਰੇ ਹਿਸਾਬ ਨਾਲ ਤਾਂ ਮਾੜੀ ਗੱਲ ਹੈ। ਜਿੱਦਾਂ ਤੁਸੀਂ ਗੱਲ ਕੀਤੀ, ਅੱਜ ਪਾਸ਼ ਦੀਆਂ ਰਚਨਾਵਾਂ ਇੱਥੇ ਲਿਖ ਕੇ ਲਾ ਦਿੱਤੀਆਂ ਗਈਆਂ ਤੇ ਬੈਰੀਗੇਟ ਦੇ ਉੱਤੇ ਲੱਗੀਆਂ ਹੋਈਆਂ ਨੇ। ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਬੈਰੀਗੇਟਾਂ ਨਾਲ ਸਾਡਾ ਪਿਛਲੇ ਸਾਲ ਤੋਂ ਐਸਾ ਸੰਬੰਧ ਬਣ ਗਿਆ ਕਿ ਸਾਨੂੰ ਹਰ ਇੱਕ ਰਾਹ 'ਚ ਬੈਰੀਗੇਟ ਮਿਲਦੇ ਆ, ਪਰ ਸਾਡੇ ਰਾਹ ਦਾ ਰੋੜਾ ਇਹ ਬੈਰੀਗੇਟ ਨਹੀਂ ਬਣ ਸਕਦੇ। ਅਸੀਂ ਵਿਚਾਰਧਾਰਾ ਦੀ ਗੱਲ ਕਰਦੇ ਹਾਂ ਕਿ ਇਹ ਮੁਲਕ ਦੇ ਹੱਥਾਂ 'ਚ ਜਿੱਤ ਸਰਕਾਰ ਹੈ, ਉਹ ਸੋਚ ਜਾ ਕਿੱਧਰ ਨੂੰ ਰਹੀ ਹੈ ਕਿ ਹਰ ਇੱਕ ਬੋਲਣ ਵਾਲੇ ਬੰਦੇ ਦੇ ਮੂਹਰੇ ਜਾਂ ਤਾਂ ਪਰਚੇ ਜਾਂ ਬੈਰੀਗੇਟ ਜਾਂ ਫਿਰ ਉਹਨੂੰ ਡਰਾਇਆ ਧਮਕਾਇਆ ਹੀ ਇੰਨੇ ਤਰੀਕੇ ਨਾਲ ਜਾਂਦਾ ਕਿ ਉਹਦੇ ਪਰਿਵਾਰ ਦੀ ਫਿਕਰ ਹੋ ਜਾਂਦੀ ਹੈ, ਆਪਦੀ ਫਿਕਰ ਹੋ ਜਾਂਦੀ ਹੈ, ਸਵਾਰਥ ਆ ਜਾਂਦਾ। ਮਤਲਬ ਗੌਰਮੈਂਟ ਕੋਲੇ ਤਰੀਕੇ ਆ ਇਹੋ ਜਿਹੇ। ਹੁਣ ਸੂਬੇ ਦੀ ਵੀ ਚਾਹੇ ਅਸੀਂ ਗੱਲ ਕਰ ਲਈਏ, ਇੱਥੇ ਵੀ ਸਾਡੇ ਰਾਹ 'ਚ ਬੈਰੀਗੇਟ ਹੀ ਹੈ। ਅਸੀਂ ਕੇਂਦਰ ਨਾਲ ਤਾਂ ਜਿਹੜੀ ਲੜਾਈ ਲੜ ਰਹੇ ਹਾਂ ਉਹ ਤਾਂ ਲੜ ਹੀ ਰਹੇ ਹਾਂ, ਸੂਬੇ 'ਚ ਵੀ ਕੋਈ ਬਹੁਤਾ ਭਲਾ ਸਾਡਾ ਹੈ ਨਹੀਂ। ਗੰਨੇ ਦੀ ਬਕਾਇਆ ਰਾਸ਼ਨ ਨੂੰ ਲੈ ਕੇ ਹੁਣ ਜਲੰਧਰ ਦੇ ਬਾਰਡਰਾਂ ਤੇ ਲੋਕ ਖੜੇ, ਉੱਥੇ ਸਾਰਾ ਰੋਡ ਜਾਮ ਕੀਤਾ। ਦੇਖੋ ਜਿੱਥੋਂ ਤੱਕ ਸੂਬੇ ਦੀ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਸੀ ਕਿ ਕਿਸਾਨ 8 ਮਹੀਨੇ ਤੋਂ 9 ਤੋਂ ਦਿੱਲੀ ਬੈਠੇ ਹੈ, ਤੇ ਸਾਨੂੰ ਇਹ ਬਕਾਇਆ ਉਹਨਾਂ ਨੂੰ ਬਿਨਾਂ ਧਰਨਾ ਲਾਏ ਤੋਂ ਹੀ ਦੇ ਦੇਣਾ ਚਾਹੀਦਾ ਸੀ, ਜਾਂ ਕੀਮਤਾਂ 'ਚ ਵਾਧਾ ਉਹਨਾਂ ਨੂੰ ਬਿਨਾਂ ਧਰਨਾ ਲਾਏ ਤੋਂ ਹੀ ਕਰ ਦੇਣਾ ਚਾਹੀਦਾ ਸੀ। ਤਾਂ ਇੱਥੋਂ ਇਹਨਾਂ ਦੀ ਇਹ ਸੋਚ ਕਲੀਅਰ ਹੋ ਗਈ ਕਿ ਉੱਥੇ ਵੀ ਲੜਾਈ ਲੜਨੀ ਪਊਗੀ ਸਾਨੂੰ, ਤੇ ਇੱਥੇ ਵੀ ਲੜਾਈ ਲੜਨੀ ਪਊਗੀ। ਦੂਜੀ ਗੱਲ ਇਹ ਹੈ ਕਿ ਉੱਥੇ ਵੀ ਓਪੋਜੀਸ਼ਨ ਆਉਂਦੀ ਹੈ ਸਾਡੇ ਕੋਲ, ਪਰ ਓਪੋਜੀਸ਼ਨ ਇਹ ਨਹੀਂ ਕਹਿੰਦੀ ਕਿ ਅਸੀਂ ਜਦੋਂ ਸੱਤਾ ਦੇ ਵਿੱਚ ਆਵਾਂਗੇ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਾਂਗੇ। ਇੱਕ ਵੀ ਲੀਡਰ ਦੇ ਮੂੰਹੋਂ ਇਹ ਬਿਆਨ ਨਹੀਂ ਆਇਆ। ਇਹ ਗੱਲ ਜ਼ਰੂਰ ਕਹਿ ਰਹੇ ਆ ਕਿ ਅਸੀਂ ਤੁਹਾਡੇ ਨਾਲ ਹਾਂ ਜੀ, ਅਸੀਂ ਤੁਹਾਡੇ ਨਾਲ ਹਾਂ। ਤਾਂ ਇੱਥੋਂ ਇਹਨਾਂ ਦੀ ਸੋਚ ਕਲੀਅਰ ਹੋ ਜਾਂਦੀ ਹੈ ਵੀ ਸਰਕਾਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਸਾਰੇ ਇੱਕ ਤਰੀਕੇ ਦੀ ਹੈ, ਉਹਨਾਂ ਦੀ ਵਿਚਾਰਧਾਰਾ ਇੱਕ ਤਰੀਕੇ ਦੀ ਹੈ। ਆਮ ਲੋਕਾਂ ਨੂੰ ਸੜਕਾਂ ਤੇ ਤਾਂ ਆਉਣਾ ਪਿਆ ਕਿਉਂਕਿ ਹੁਣ ਜਿਹੜੀ ਗੱਲ ਹੈ ਉਹ ਬੱਸੋਂ ਬਾਹਰ ਹੋ ਗਈ। ਜਿੱਦਾਂ ਤੁਸੀਂ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਇੱਕ ਸਿਸਟਮ ਨੂੰ ਤੋੜ ਕੇ
ਕੁਝ ਲੋਕਾਂ ਦਾ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਉੱਥੇ ਜਿੱਥੇ ਉਹਨਾਂ ਲੋਕਾਂ ਦਾ ਇੱਥੇ ਕਬਜ਼ਾ ਹੋਊਗਾ ਤਾਂ ਵਿਚਾਰਧਾਰਾ ਵੀ ਉਹਨਾਂ ਦੀ ਹੀ ਚੱਲੂਗੀ। ਕਿਉਂਕਿ ਸਿੱਧੇ ਤੌਰ ਤੇ ਬਹੁਤ ਸਾਰੇ ਕਾਲਜ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਐਫੀਲੀਏਟਡ ਹੈਗੇ ਨੇ, 188 ਕਾਲਜਾਂ ਦਾ ਨਾਮ ਆਉਂਦਾ, ਤਾਂ ਉਹ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਉਹਨਾਂ ਨੂੰ ਕੋਈ ਉਹਨਾਂ ਦਾ ਵਾਲੀ ਵਾਰਸ ਨਹੀਂ ਰਹਿਣਾ ਉਸ ਤਰੀਕੇ ਨਾਲ, ਨਾ ਉੱਥੋਂ ਪੈਸਾ ਆਉਣਾ, ਉਸ ਹਿਸਾਬ ਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋਣਾ ਵਿਦਿਆਰਥੀਆਂ ਦਾ। ਇੱਥੇ ਬੈਠੇ ਇੱਕ ਸਾਡੇ ਸਟੂਡੈਂਟ ਗੱਲ ਕਰ ਰਹੇ ਸੀ ਕਿ ਬਸ ਆ ਫਤਿਹਗੜ੍ਹ ਸਾਹਿਬ ਤੱਕ ਮਰਿਆਦਾ ਇਹਨਾਂ ਨੇ ਤੈਅ ਕੀਤੀ ਹੈ ਕਿ ਇੱਥੇ ਤੱਕ ਜਿੰਨੇ ਕੁ ਕਾਲਜ ਨੇ ਉਨੇ ਕੁ ਅਸੀਂ ਵਿੱਚ ਰੱਖਾਂਗੇ, ਉਦੋਂ ਬਾਅਦ ਪੰਜਾਬ ਤੋਂ ਅੱਗੇ ਜਿਹੜੇ ਕਾਲਜ ਨੇ ਉਹਨਾਂ ਦਾ ਕੋਈ ਬਾਲੀ ਵਾਰਸ ਨਹੀਂ ਰਹੂਗਾ। ਤਾਂ ਪਹਿਲੀ ਤਾਂ ਗੱਲ ਇਹ ਹੈ ਕਿ ਜਿੰਨੇ ਕਾਲਜ ਇਸ ਯੂਨੀਵਰਸਿਟੀ ਨਾਲ ਜੁੜੇ ਹੋਏ ਆ, ਆਮ ਘਰਾਂ ਦੇ ਲੋਕ ਉੱਥੇ ਆ ਕੇ ਪੜ੍ਹਦੇ, ਇਹਨਾਂ ਦੀਆਂ ਫੀਸਾਂ ਨੇ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਮਰਿਆਦਾ 'ਚ ਨੇ। ਪ੍ਰਾਈਵੇਟ ਕਾਲਜਾਂ ਵਾਂਗੂ ਇਹਨਾਂ ਦੀਆਂ ਫੀਸਾਂ ਨਹੀਂ ਹੈਗੀਆਂ, ਜਾਂ ਪ੍ਰਾਈਵੇਟ ਕਾਲਜਾਂ ਵਾਂਗੂ ਪੈਸੇ ਦੇ ਕੇ ਸੀਟਾਂ ਨਹੀਂ ਮਿਲਦੀਆਂ ਸਰਕਾਰੀ ਕਾਲਜਾਂ ਦੇ ਵਿੱਚ। ਹੁਣ ਹਰ ਇੱਕ ਬੰਦੇ ਕੋਲੇ ਉਨੇ ਪੈਸੇ ਨਹੀਂ ਹੁੰਦੇ। ਇੱਥੇ ਲੋਕ ਆਮ ਘਰਾਂ ਦੇ ਸਟੂਡੈਂਟ ਆ ਕੇ, ਜਿਵੇਂ ਬਾਈ ਨੇ ਦੱਸਿਆ ਕਿ ਪੋਲੀਟੀਸ਼ੀਅਨ ਵੀ ਪੰਜਾਬ ਦੀ ਸਿਆਸਤ 'ਚ ਵੀ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਰੋਲ ਰਿਹਾ। ਬਹੁਤ ਵੱਡੇ ਵੱਡੇ ਲੀਡਰ ਨੇ ਜਿਹੜੇ ਇੱਥੋਂ ਪਾਸ ਆਊਟ ਨੇ, ਵਕੀਲ ਨੇ, ਜੱਜ ਨੇ, ਸਾਇੰਸਕਾਰ ਨੇ, ਬਹੁਤ ਨੇ। ਸਾਨੂੰ ਵਿਦੇਸ਼ਾਂ 'ਚ ਵੀ ਬਹੁਤ, ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਪ੍ਰੋਗਰਾਮ ਕਰਨ ਜਾਂਦੇ ਹਾਂ, ਲੋਕ ਹੱਸ ਕੇ ਮਿਲਦੇ ਆ ਕਿ ਯਾਰ ਤੁਸੀਂ ਯੂਨੀਵਰਸਿਟੀ ਨਾਲ ਰਿਲੇਟਡ ਹੋ। ਤਾਂ ਆਪਦੇ ਆਪ 'ਚ ਵੀ ਇਸ ਯੂਨੀਵਰਸਿਟੀ ਦਾ ਇੱਕ ਇਤਿਹਾਸ ਹੈ। ਤੇ ਵੱਡੀ ਗੱਲ ਇਹ ਹੈ ਕਿ ਚੰਡੀਗੜ੍ਹ, ਜਿਹਦੇ ਤੇ ਸਾਡਾ ਦਾਅਵਾ, ਮੇਰੇ ਬਾਪੂ ਜੀ ਨਾਨਾ ਜੀ ਮੇਰੇ ਪਟਵਾਰੀ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਪਿੰਡ ਜਾੜ ਕੇ ਇਹ ਚੰਡੀਗੜ੍ਹ ਬਣਿਆ। ਇੱਥੇ ਪੰਜਾਬ ਨੂੰ ਰੀਪ੍ਰਜੈਂਟ ਕਰਨ ਵਾਲੀ ਇਕੱਲੀ ਯੂਨੀਵਰਸਿਟੀ ਹੋਈ ਆ, ਪੰਜਾਬ ਯੂਨੀਵਰਸਿਟੀ। ਹਾਈ ਕੋਰਟ ਹੈ ਉਹ ਵੀ ਪੰਜਾਬ ਹਰਿਆਣਾ, ਰਾਜਧਾਨੀ ਉਹ ਵੀ ਪੰਜਾਬ ਹਰਿਆਣਾ, ਇਹ ਇਕੱਲੀ ਯੂਨੀਵਰਸਿਟੀ ਹੀ ਹੈ। ਤਾਂ ਇਹ ਪੰਜਾਬ ਨਾਲ ਪਤਾ ਨਹੀਂ ਇਹ ਕਿਉਂ ਇੱਦਾਂ ਦਾ ਰਵੱਈਆ ਕਰਦੇ ਆ, ਪੰਜਾਬ ਵਾਲੇ ਇਹਨਾਂ ਦੀਆਂ ਅੱਖਾਂ 'ਚ ਪਤਾ ਨਹੀਂ ਕਿਉਂ ਚੁੱਭਦੇ ਆ। ਹਰ ਇੱਕ ਚੀਜ਼ ਜਿਹਦੇ ਤੇ ਪੰਜਾਬ ਦਾ ਹੱਕ ਹੈ ਉਹਨੂੰ ਇਹ ਖੋਹਣ ਦਾ ਇੱਕ ਢੰਗ ਤਰੀਕਾ ਬਣਾ ਰਹੇ ਆ। ਬਾਰਡਰ ਵਾਲੀ ਸਟੇਟ ਹੈ ਸਾਡੀ, ਚਾਹੇ ਆਉਣ ਵਾਲੇ ਦਿਨਾਂ 'ਚ ਵਪਾਰ ਖੁੱਲ੍ਹਣਾ ਹੈ, ਅਡਾਨੀਆਂ ਅੰਬਾਨੀਆਂ ਨੇ ਉਰੇ ਆਉਣਾ, ਜ਼ਮੀਨਾਂ ਦਾ ਜਿਹੜਾ ਸਾਡਾ ਖਰੜਾ ਤਿਆਰ ਹੋ ਰਿਹਾ। ਪਰ ਪੰਜਾਬ ਨਾਲ ਕਦੇ ਵੀ ਇਹਨਾਂ ਨੇ ਉਸ ਤਰੀਕੇ ਦਾ ਸਲੂਕ ਨਹੀਂ ਕੀਤਾ ਕਿ ਇਹ ਸਾਡੇ ਆਪਣੇ ਆ। ਸਾਨੂੰ ਹਮੇਸ਼ਾ ਇਹਨਾਂ ਨੇ ਪਰਾਇਆ ਹੀ ਰੱਖਿਆ। ਬੇਸ਼ੱਕ ਇਸ ਮੁਲਕ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਨੇ, ਜਿਹੜੀਆਂ ਸਭ ਤੋਂ ਵੱਧ ਸਿਰ ਨੇ, ਉਹ ਪੰਜਾਬੀਆਂ ਦੇ ਲੱਗੇ ਨੇ। ਬੋਲੀ ਤੇ ਤਾਂ ਚਲੋ ਇਹ ਲਾਟ ਮਾਰਦੀ ਹੈ, ਜਿਵੇਂ ਸਾਡੀ ਇਹ ਜ਼ਮੀਨ ਹੈ ਤੇ ਤੁਸੀਂ ਇੱਥੇ ਦੇਖੋ ਪੰਜਾਬੀ ਕਿਤੇ ਨੇੜੇ ਤੇੜੇ ਵੀ ਨਹੀਂ ਹੈਗੀ, ਸਭ ਕੁਝ ਇੱਥੇ ਹਿੰਦੀ ਦੇ ਵਿੱਚ ਹੈ, ਇੰਗਲਿਸ਼ ਦੇ ਵਿੱਚ ਹੈ, ਹਿੰਦੀ ਦੇ ਵਿੱਚ ਹੈ। ਤਾਂ ਇਹ ਵਿਤਕਰਾ ਕਿਤੇ ਨਾ ਕਿਤੇ ਹੋਇਆ ਤਾਂ ਬਹੁਤ ਪਹਿਲਾਂ ਤੋਂ ਸ਼ੁਰੂ ਸੀਗਾ। ਜਦੋਂ ਅਸੀਂ ਪਿਛਲੇ, ਮੈਨੂੰ ਯਾਦ ਹੈ ਅਕਤੂਬਰ ਨਵੰਬਰ 'ਚ ਜਦੋਂ ਸੰਘਰਸ਼ ਪਿੰਡਾਂ 'ਚ ਜਾਣਾ ਸ਼ੁਰੂ ਕੀਤਾ, ਤਾਂ ਉੱਥੇ ਇਹ ਵੀ ਗੱਲ ਨਿਕਲ ਕੇ ਆਈ ਕਿ ਯੂਨੀਵਰਸਿਟੀ, ਅਗਲਾ ਹਮਲਾ ਜਿਹੜਾ ਕੇਂਦਰ ਦੀ ਸਰਕਾਰ ਦਾ ਉਹ ਯੂਨੀਵਰਸਿਟੀ ਤੇ ਹੈ। ਉਦੋਂ ਸਾਨੂੰ ਪਤਾ ਨਹੀਂ ਸੀ ਵੀ ਉਹ ਕਿਵੇਂ ਹਮਲਾ ਕਰਨਗੇ ਜਾਂ ਕੀ ਹੋਊਗਾ। ਫਿਰ ਹੁਣ ਜਦ ਇਹ ਉਹਨਾਂ ਨੇ ਆਪ ਦਾ ਸਿਸਟਮ ਵਧਾਇਆ ਕਿ ਸੈਨੇਟ ਦੀਆਂ ਜਿਹੜੀਆਂ ਵੋਟਾਂ ਨੇ ਅਸੀਂ ਉਹ ਹੋਣ ਨਹੀਂ ਦੇਣੀਆਂ, ਅਸੀਂ ਸਿੱਧੇ ਆਪ ਦੇ ਬੰਦੇ ਤਾਰਾਂਗੇ, ਤਾਂ ਅੱਜ ਸਾਨੂੰ ਇਹ ਸਮਝ 'ਚ ਆਇਆ ਕਿ ਜਿਹੜੀ ਉਦੋਂ ਇਹ ਗੱਲ ਉੱਡੀ ਸੀ, ਅੱਜ ਆ ਕੇ ਇਹ ਸਹੀ ਸਾਬਤ ਹੋ ਗਈ ਕਿ ਅਗਲਾ ਜਿਹੜਾ ਟਾਰਗੇਟ ਹੈ, ਹਲੇ ਕਿਉਂਕਿ ਬਿੱਲਾਂ ਦਾ ਤਾਂ ਕੋਈ ਹੱਲ ਹੋਇਆ ਨਹੀਂ, ਕਿਉਂਕਿ ਅਗਲਾ ਸਿੱਧੇ ਤੌਰ ਤੇ ਹੀ ਨਜ਼ਰ ਆ ਰਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਆਪਣੇ ਹਿਸਾਬ ਨਾਲ ਕਰਨਾ ਚਾਹੁੰਦੇ ਨੇ, ਜਿਸ ਤਰੀਕੇ ਨਾਲ ਚਲਾਉਣਗੇ ਤੰਤਰ ਉਸ, ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚੋਂ ਅਲੱਗ ਤਰ੍ਹਾਂ ਦੀ ਵਿਚਾਰਧਾਰਾ ਪੈਦਾ ਹੁੰਦੀ ਆ। ਵਿਦਿਆਰਥੀ ਜਿਹੜੇ ਨੇ ਉਹ ਪ੍ਰਦਰਸ਼ਨ ਕਰਨਾ ਸਿੱਖਦੇ ਨੇ, ਵਿਵਾਦ ਕਰਨਾ ਸਿੱਖਦੇ ਨੇ, ਸੰਵਾਦ ਕਰਨਾ ਸਿੱਖਦੇ ਨੇ, ਬਹੁਤ ਸਾਰੀਆਂ ਚਰਚਾਵਾਂ। ਮੈਂ ਉਹੀ ਤਾਂ ਗੱਲ ਕਹਿੰਦਾ, ਅਸੀਂ ਛੋਟੇ ਹੁੰਦੇ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਵੀ ਲੋਕਤੰਤਰ ਢਾਂਚਾ ਜਿਹੜਾ ਇਹ ਸਾਨੂੰ ਅਧਿਕਾਰ ਦਿੰਦਾ ਸਾਡੀ ਗੱਲ ਕਹਿਣ ਦਾ, ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ। ਹੁਣ ਅੱਜ ਉਹੀ ਲੋਕਤੰਤਰ ਆ ਜਿਹੜਾ ਸਕੂਲਾਂ ਕਾਲਜਾਂ ਦੇ ਉੱਤੇ ਹੀ ਕਾਬਜ਼ ਹੋ ਗਿਆ। ਲੋਕਤੰਤਰ ਤਾਂ ਤੁਸੀਂ ਇਹਨੂੰ ਕਹੋਗੇ ਨਹੀਂ, ਇਹ ਤਾਂ ਸਿੱਧੇ ਤਰੀਕੇ ਨਾਲ ਡੈਮੋਕ੍ਰੇਸੀ ਦਾ ਕਤਲ ਹੈ। ਤਾਂ ਇਹ ਹੁਣ ਸਾਡੀ ਆਵਾਜ਼ ਨੂੰ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰਧਾਰਾ ਨੂੰ ਇਹਨਾਂ ਨੇ ਹੌਲੀ ਹੌਲੀ ਕੰਘੋਲਣਾ ਮਾਰਨਾ ਸ਼ੁਰੂ ਕਰਤਾ ਕਿ ਇਸ ਮੁਲਕ 'ਚ ਇੱਕ ਵਿਸ਼ੇਸ਼ ਤਰ੍ਹਾਂ ਦੇ ਲੋਕ, ਵਿਸ਼ੇਸ਼ ਮਜ਼ਹਬ ਦੇ ਲੋਕ ਨੇ ਜਿਹੜੇ ਉਹ ਰਹਿਣਗੇ, ਚਾਹੇ ਉਹ ਗਿਣਤੀ ਦੇ ਆਧਾਰ ਤੇ ਰਹਿਣਗੇ। ਤਾਂ ਜਦੋਂ ਕਿਸੇ ਵੀ ਮੁਲਕ 'ਚ ਗਿਣਤੀਆਂ ਦੇ ਆਧਾਰ ਤੇ ਜੰਗਾਂ ਸ਼ੁਰੂ ਹੋ ਜਾਂਦੀਆਂ ਨੇ, ਘੱਟ ਗਿਣਤੀਆਂ ਤੇ ਤਸ਼ੱਦਦ ਸ਼ੁਰੂ ਹੋ ਜਾਂਦੇ ਨੇ, ਤਾਂ ਤੁਸੀਂ ਉੱਥੇ ਦੇਖਿਆ ਵੀ ਉਹਨਾਂ ਮੁਲਕਾਂ ਦੇ ਵਿੱਚ ਜਾਂ ਤਾਂ ਫਿਰ ਸਾਡੇ ਤਾਲਿਬਾਨ ਵਾਲਾ ਜਿਹੜਾ ਸਿਸਟਮ, ਅਫਗਾਨਿਸਤਾਨ ਵਾਲਾ ਜੋ ਕੁਛ ਹੋਇਆ, ਹੌਲੀ ਹੌਲੀ ਉੱਦਾਂ ਦੇ ਹਾਲਾਤ ਇੱਥੇ ਵੀ ਕੋਈ ਘੱਟ ਨਹੀਂ। ਲੋਕਤੰਤਰ ਢਾਂਚਾ ਜਿੱਥੇ ਆ 3 ਕਾਲੇ ਕਾਨੂੰਨਾਂ ਤੋਂ ਲੈ ਕੇ ਔਰਤਾਂ ਦੀਆਂ ਗੁੱਤਾਂ ਤੱਕ ਪਹੁੰਚ ਗਿਆ। ਤੁਸੀਂ ਦੇਖੋ ਕਿੱਡੀ ਸ਼ਰਮ ਦੀ ਗੱਲ ਹੈ। ਬੀਜੇਪੀ ਦੇ ਜਿਹੜੇ ਇੱਥੇ ਲੋਕ ਆਏ ਸੀ, ਉਹਨਾਂ ਨੇ ਗੱਭੇ 10 ਬੰਦਿਆਂ ਨੇ ਖੜਾ ਕੇ ਇੱਕ ਜਨਾਨੀ ਦੇ ਨਾਲ, ਜਨਾਨੀ ਦੀ ਇੱਜ਼ਤ ਤੇ ਹੱਥ ਪਾਇਆ। ਮੌਕੇ ਤੇ ਮੌਜੂਦ ਸੀਗਾ, ਜੇ ਮੈਂ ਸ਼ਾਇਦ ਮੈਂ ਨਾ ਜਾਂਦਾ ਤਾਂ ਉਹ ਹੋਰ ਵੀ ਬਦਸਲੂਕੀ ਵੱਧ ਸਕਦੀ। ਕਿ ਵੀ ਮੈਂ ਉਹ ਵੀਡੀਓ ਦੇਖੀ, ਤੁਸੀਂ ਰੋਕਿਆ ਵੀ ਉਹ ਤੁਹਾਡੇ, ਕਿਉਂਕਿ ਮੀਡੀਆ ਦਾ ਇੱਕ ਡਰ ਅੱਜ ਵੀ ਲੋਕਾਂ ਦੇ ਦਿਲ 'ਚ ਹੈਗਾ, ਉਹ ਪਿੱਛੇ ਹਟ ਗਏ। ਨਹੀਂ, ਜੇ ਤੁਸੀਂ ਸੋਚੋ ਜੇ ਤੁਸੀਂ ਉੱਥੇ ਨਾ ਆਉਂਦੇ ਉਸ ਔਰਤ ਨਾਲ ਕੀ ਹੋਣਾ ਸੀ। ਚਲੋ ਜੋ ਉੱਥੇ ਹੋਇਆ ਵੀ ਤੇ ਉਹ ਤਾਂ ਹੋ ਗਿਆ। ਅੱਜ ਤੱਕ ਉਹ ਪ੍ਰਸ਼ਾਸਨ ਨੇ ਪਰਚਾ ਨਹੀਂ ਕੱਟਿਆ। ਸਾਫ਼ ਤੌਰ ਤੇ ਮੇਰੀ ਸਵੇਰੇ ਵੀ ਗੱਲ ਹੋਈ ਉਸ ਰਾਜ ਦੇ ਨਾਲ, ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਪੁਲਿਸ ਕਹਿੰਦੀ ਕਿ ਵੀਡੀਓ ਦੇ ਵਿੱਚ ਕੁਝ ਹੈ ਹੀ ਨਹੀਂ, ਕੁਝ ਹੋਇਆ ਹੀ ਨਹੀਂ। ਦੇਖੋ ਇਦੋਂ ਵੱਡਾ ਹੁਣ ਸਭ ਕੁਝ ਉਹਦੇ ਵਿੱਚ ਦਰਸਾਇਆ ਗਿਆ। ਅਸੀਂ ਉਹ ਬੰਦੇ ਦਾ ਨਾਮ ਵੀ ਕੱਢ ਕੇ ਦਿੱਤਾ ਵੀ ਆਹ ਫਲਾਣਾ ਬੰਦਾ ਜੀ ਉੱਥੇ ਰਹਿੰਦਾ ਹੈ।
ਪੁਲਿਸ ਤਾਂ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਤੁਸੀਂ ਦੇਖੋ ਕਿਵੇਂ ਇਹ ਸਰਕਾਰ ਨੇ ਸਾਰੇ ਢਾਂਚੇ ਨੂੰ ਆਪਣੇ ਅੰਡਰ ਕਾਬਜ਼ ਕਰ ਲਿਆ, ਤੇ ਮੈਨੂੰ ਸ਼ਰਮ ਆਉਂਦੀ ਹੈ ਉਹਨਾਂ ਲੋਕਾਂ ਤੇ ਜਿਹੜੇ ਇਹਨਾਂ ਦੇ ਗੁਲਾਮ ਬਣ ਕੇ ਚੱਲ ਰਹੇ ਆ, ਐਡੀਆਂ ਐਡੀਆਂ ਪੋਸਟਾਂ ਤੇ ਹੋ ਕੇ ਵੀ, ਐਡੇ ਐਡੇ ਰੁਤਬਿਆਂ ਦੇ ਹੋ ਕੇ ਵੀ ਉਹ ਸਰਕਾਰਾਂ ਦੀ ਗੁਲਾਮੀ ਕਰਦੇ ਆ। ਤਾਂ ਲੋਕ ਓਬਵੀਅਸਲੀ ਗੱਲ ਹੈ, ਫਿਰ ਲੋਕ ਸੜਕਾਂ ਤੇ ਆਉਣਗੇ ਤੇ ਲੋਕ ਤਖਤਾ ਪਲਟ ਵੱਲ ਨੂੰ ਇਹ ਮੁਲਕ ਹੈ ਜਿਹੜਾ ਅਗਲਾ ਸਟੈਪ ਇਸ ਮੁਲਕ ਦਾ ਉਹੀ ਹੈ। ਪਰ ਜਸ ਹੈਰਾਨੀ ਦੀ ਗੱਲ ਇਹ ਹੈ ਨਾ ਕਿ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਚੱਲ ਰਿਹਾ, ਲੋਕਾਂ ਨੂੰ ਹਾਲੇ ਤੱਕ ਨਹੀਂ ਸਮਝ ਆ ਰਿਹਾ ਕਿ ਇਹ ਉਹਨਾਂ ਦੀ ਲੜਾਈ ਹੈ। ਇਸੇ ਤਰੀਕੇ ਨਾਲ ਯੂਨੀਵਰਸਿਟੀ ਦੀ ਜਿਹੜੀ ਲੜਾਈ ਹੈ ਇਹ ਲੋਕਾਂ ਦੀ ਹੀ ਲੜਾਈ ਹੈ, ਕਿਸੇ ਇੱਕ ਖਾਸ ਵਰਗ ਦੀ ਲੜਾਈ ਨਹੀਂ ਹੈਗੀ। ਮੈਂ ਉਹੀ ਗੱਲ ਕਹਿੰਦਾ ਕਿ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਲੜਾਈ ਹੈ, ਦੂਜੀ ਗੱਲ ਇਹ ਸਾਡੇ ਸੂਬੇ ਦੀ ਲੜਾਈ ਹੈ, ਪੰਜਾਬ ਦੀ ਲੜਾਈ ਹੈ। ਬਾਹਲਾ ਕਿਸੇ ਨੂੰ ਕੁਝ ਕੱਢਣ ਪਾਉਣ ਨੂੰ ਨਾ ਵੀ ਪਤਾ ਲੱਗੇ ਵੀ ਇਹ ਸੈਨੇਟ ਕੀ ਹੈ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਤਾਂ ਇਹ ਤਾਂ ਸਮਝ ਆ ਰਿਹਾ ਨਾ ਕਿ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਵਾਲੇ ਆਪਣੇ ਕਬਜ਼ੇ 'ਚ ਕਰਨਾ ਚਾਹੁੰਦੇ ਆ, ਪੰਜਾਬ ਤੋਂ ਖੋਹਣਾ ਚਾਹੁੰਦੇ ਆ। ਬਾਅਦ 'ਚ ਉਸੇ ਹਿਸਾਬ ਦੇ ਨਾਲ ਬਾਅਦ ਵਿੱਚ ਜਿਹੜੀਆਂ ਇੱਥੇ ਫੀਸਾਂ ਉਹਨਾਂ ਦੇ ਵੀ ਆਪਣੇ ਰੇਟ ਤੈਅ ਕਰਨਗੇ। ਫੀਸਾਂ ਜਿਸ ਤਰੀਕੇ ਨਾਲ ਹੁਣ ਦੱਸ ਰਹੇ ਸੀ ਬਾਈ ਹੁਣੀ ਕਿ 10-12 ਹਜ਼ਾਰ ਦੇ ਵਿੱਚ ਇੱਕ ਸਮੈਸਟਰ ਹੋ ਜਾਂਦਾ, ਤਾਂ ਉਹ ਤਾਂ ਫਿਰ ਮੈਨੂੰ ਲੱਗਦਾ ਉਹ ਵੀ ਲੱਖਾਂ ਦੇ ਕਰਨਗੇ। ਤੇ ਫੀਸਾਂ ਵੀ ਚੇਂਜ ਕਰਨਗੇ। ਜਿੱਦਾਂ ਤੁਸੀਂ ਹੁਣ ਪਾਸ ਦੀ ਗੱਲ ਕੀਤੀ, ਇਹ ਸਾਡੀਆਂ ਕਿਤਾਬਾਂ 'ਚ ਸਾਡਾ ਸਿਲੇਬਸ ਹੈ, ਇਨਕਲਾਬੀ ਰਾਈਟਰ ਨੇ, ਸਾਨੂੰ ਇੱਕ ਜੋਸ਼ ਮਿਲਦਾ। ਇਹ ਵੀ ਫਿਰ ਕਿੱਥੇ ਜਾਣਗੇ? ਇਹ ਸਾਡੀਆਂ ਕਿਤਾਬਾਂ 'ਚੋਂ ਲਿਆ ਕੇ ਕੱਢ ਕੇ ਪਰੇ ਕਰਨਗੇ ਤੇ ਆਪ ਦੀ ਵਿਚਾਰਧਾਰਾ ਨੂੰ ਪ੍ਰਮੋਟ ਕਰਨਗੇ। ਚਲੋ ਅਸੀਂ ਕਿਸੇ ਦੀ ਵਿਚਾਰਧਾਰਾ ਨੂੰ, ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਸਾਡਾ ਇੱਕ ਆਪ ਦਾ ਬਹੁਤ ਵੱਡਾ ਇਤਿਹਾਸ ਹੈ, ਤੇ ਮੈਨੂੰ ਲੱਗਦਾ ਕਿ ਦੁਨੀਆ 'ਚ ਉਦੋਂ ਵੱਡਾ ਇਤਿਹਾਸ ਕਿਤੇ ਵੀ ਨਹੀਂ ਹੈਗਾ ਜਿੱਡਾ ਸਾਡਾ ਇਤਿਹਾਸ ਹੈ। ਤਾਂ ਤੁਸੀਂ ਕਿਉਂ ਕਿਸੇ ਦੇ ਦੂਜੇ ਪਾੜੇ 'ਚ ਜਾ ਕੇ ਇੰਟਰਫੇਅਰ ਕਰ ਰਹੇ ਹੋ? ਤੁਸੀਂ ਆਪਦੇ ਹਿਸਾਬ ਨਾਲ ਆਪਣਾ ਸਿਸਟਮ ਚਲਾਓ, ਪੰਜਾਬ ਆਪਣਾ ਸਿਸਟਮ ਚਲਾ ਰਿਹਾ ਹੈ। ਤਾਂ ਇਹ ਉਹੀ ਗੱਲ ਹੈ, ਗਿਣਤੀ ਦੇ ਆਧਾਰ ਤੇ ਧੱਕਾ ਕਰ ਰਹੇ ਆ ਕਿ ਹੌਲੀ ਹੌਲੀ ਅਸੀਂ ਹਿੰਦੂ ਰਾਸ਼ਟਰ ਵੱਲ ਨੂੰ ਵਧਣਾ ਹੈ ਤੇ ਅਸੀਂ ਇਹ ਚੀਜ਼ਾਂ ਖਤਮ ਹੀ ਕਰ ਦੇਣੀਆਂ ਨੇ। ਪਰ ਪੰਜਾਬ ਹੈ ਜਿਹੜਾ, ਉਹਦਾ ਇੱਕ ਇਤਿਹਾਸ ਰਿਹਾ ਕਿ ਸੰਘਰਸ਼ਾਂ ਚੋਂ ਨਿਕਲੇ ਹੋਏ ਪੰਜਾਬ ਦੇ ਲੋਕ ਨੇ। ਇਹ ਤਾਂ ਸਾਨੂੰ ਵੀ ਕਹਿੰਦੇ ਸੀ ਵੀ ਇਹ ਲੰਡੂ ਗਾਉਣੇ ਵਾਲਿਆਂ ਦੇ ਪਿੱਛੇ ਲੱਗੇ ਹੋਏ ਆ, ਇਹ ਲੱਚਰ ਗਾਇਕੀ ਨੇ ਪੱਟ ਤੇ। ਅੱਜ ਮੂੰਹ ਤੋੜਵਾਂ ਜਵਾਬ ਹੈ ਜਿਹੜਾ ਉੱਥੇ ਦਿੱਲੀ ਦੀਆਂ ਸਰਹੱਦਾਂ ਤੇ ਬੈਠਾ ਕਿਸਾਨ ਉਹਨਾਂ ਨੂੰ ਪਿਛਲੇ 8 ਮਹੀਨੇ ਤੋਂ ਦੇ ਰਿਹਾ ਹੈ। ਬਲਕਿ ਉਹਨਾਂ ਨੂੰ ਚੇਤੇ ਵੀ ਨਹੀਂ ਸੀ ਵੀ ਇਹ ਜਿਹੜਾ ਸੰਘਰਸ਼ ਹੈ ਪੰਜਾਬ ਦੀ ਨੌਜਵਾਨੀ ਇਹਨੂੰ ਐਡਾ ਲੰਬਾ ਲੈ ਜਾਊ। ਇੱਥੇ ਵੀ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਡਟ ਕੇ ਵਿਰੋਧ ਕਰ ਰਹੀ ਹੈ ਇਸ ਚੀਜ਼ ਦਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਹੋਰ ਤਸ਼ੱਦਦ ਕਰਨਗੇ ਤਾਂ ਪੰਜਾਬ ਦੇ ਲੋਕ ਨੇ ਜਿਹੜੇ, ਇਹ ਨਹੀਂ ਹੈਗਾ ਕਿ ਤੁਸੀਂ ਆਓਗੇ ਕਾਬਜ਼ ਹੋ ਜਾਓਗੇ। ਅਖੀਰਲੇ ਦਮ ਤੱਕ ਸਾਨੂੰ ਸਾਡੇ ਗੁਰੂਆਂ ਨੇ ਲੜਨਾ ਸਿਖਾਇਆ। ਸਾਡੇ ਗੁਰੂਆਂ ਨੇ ਸਾਨੂੰ ਸੀਸ ਤਲੀ ਤੇ ਧਰ ਕੇ ਲੜਨ ਦੀ ਵੀ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਸਾਡੇ ਜਿਹੜੇ ਯੋਧੇ ਆ ਉਹ ਤਲੀ ਤੇ ਸੀਸ ਧਰ ਕੇ ਵੀ ਲੜੇ ਆ। ਤਾਂ ਉਸ ਦਮ ਤੱਕ ਸਾਨੂੰ ਲੜਨਾ ਆਉਂਦਾ ਤੇ ਅਸੀਂ ਲੜਾਂਗੇ ਰਹਾਂਗੇ। ਕਿਉਂਕਿ ਬਾਈ ਜਿੱਦਾਂ ਤੁਸੀਂ ਗੱਲ ਕੀਤੀ ਕਿ ਕਲਾਕਾਰ ਭਾਈਚਾਰੇ ਨੂੰ ਬੜਾ ਨਿੰਦਿਆ ਗਿਆ, ਪਰ ਇਸ ਪੂਰੇ ਅੰਦੋਲਨ ਦੇ ਵਿੱਚ ਕਿਸਾਨ ਅੰਦੋਲਨ ਦੀ ਗੱਲ ਕਰ ਲਈ ਜਾਂ ਹੁਣ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੰਦੋਲਨ ਚੱਲ ਰਹੇ ਨੇ, ਕਲਾਕਾਰ ਭਾਈਚਾਰੇ ਦੀ ਭੂਮਿਕਾ ਬੜੀ ਸਾਰਥਕ ਰਹੀ ਹੈ। ਕਿਉਂਕਿ ਬਹੁਤ ਸਾਰੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਦੇਖਣ ਆਉਂਦੀ ਹੈ ਚਾਹੇ, ਪਰ ਜਦੋਂ ਆਉਂਦੀ ਹੈ ਤਾਂ ਉਹਦਾ ਪ੍ਰਭਾਵ ਸਰਕਾਰਾਂ ਤੇ ਪੈਂਦਾ। ਪਿਛਲੇ ਦਿਨਾਂ ਦੇ ਵਿੱਚ ਐਮੀ ਵਿਰਕ ਨੂੰ ਲੈ ਕੇ ਵਿਵਾਦ ਛਿੜਿਆ, ਤੁਹਾਡੇ ਧਿਆਨ ਦੇ ਵਿੱਚ ਵੀ ਆਇਆ ਹੋਣਾ ਕਿ ਐਮੀ ਨੇ ਫਿਰ ਉਹੀ ਗੱਲ ਕੀਤੀ ਕਿ ਦਿੱਲੀ ਦੇ ਵਿੱਚ ਜਾਂ ਜਿਹੜੇ ਮੁੰਬਈ ਵਾਲੇ ਉਹਨਾਂ ਦੇ ਨਾਲ ਬਹਿ ਗਿਆ, ਤਾਂ ਉਹਦਾ ਵਿਰੋਧ ਹੋ ਰਿਹਾ ਕਿ ਇੱਕ ਖਾਸ ਚੈਨਲ ਦੇ ਨਾਲ ਉਹਨਾਂ ਨੇ ਕੰਮ ਕੀਤਾ। ਤਾਂ ਲੱਗਦਾ ਕਿ ਇਸ ਵੇਲੇ ਇਦਾਂ ਦੀਆਂ ਚੀਜ਼ਾਂ ਤੋਂ ਪੰਜਾਬੀ ਜਿਹੜੇ ਗਾਇਕ ਨੇ ਥੋੜਾ ਜਿਹਾ ਬਚਾਅ ਰੱਖਣਾ ਚਾਹੀਦਾ। ਹਾਂ ਦੇਖੋ, ਉਹ ਜਿਹੜੀ ਫਿਲਮ ਸੀ ਮੈਂ ਉਹਦੇ ਬਾਰੇ ਬੋਲਿਆ ਸੀ ਕਿ ਉਹ ਪਹਿਲਾਂ ਤੋਂ ਸ਼ੂਟ ਸੀਗੀ। ਚਲੋ ਮੰਨ ਲੈਂਦੇ ਹਾਂ ਕਿ ਪਹਿਲਾਂ ਤੋਂ ਸ਼ੂਟ ਸੀ, ਪਰ ਐਮੀ ਵਿਰਕ ਸਾਡਾ ਭਰਾ ਹੈ, ਉਹ ਇੱਥੇ ਆਇਆ, ਮੇਰੀ ਉਹਦੇ ਨਾਲ ਉਦੋਂ ਵੀ ਗੱਲ ਹੋਈ ਸੀ। ਤਾਂ ਉਹਨੂੰ ਧਰਨੇ ਤੇ ਆ ਕੇ ਇਹ ਚੀਜ਼ਾਂ ਐਕਸਪਲੇਨ ਕਰਨੀਆਂ ਚਾਹੀਦੀਆਂ ਨੇ, ਨਾਲੇ ਲੋਕਾਂ ਨੂੰ ਲੱਗੂਗਾ ਕਿ ਸਾਡਾ ਭਰਾ ਹੈ, ਸਾਡੇ ਵਿੱਚ ਆਇਆ। ਤਾਂ ਮੈਂ ਉਹਨੂੰ ਇਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਦਿੱਲੀ ਸ਼ਮੂਲੀਅਤ ਰੱਖੇ। ਠੀਕ ਹੈ, ਕੰਮ ਕਰਨਾ ਥੋੜ੍ਹੇ, ਜਦੋਂ ਤੱਕ ਇਹ ਸਾਡਾ ਸੰਘਰਸ਼ ਜਾਰੀ ਹੈ। ਜੇ ਅਸੀਂ ਉਹਨਾਂ ਨਾਲ ਕੰਮ ਨਹੀਂ ਵੀ ਕਰਾਂਗੇ ਤਾਂ ਇਹ ਨਹੀਂ ਹੈਗਾ ਕਿ ਸਾਡੇ ਕੋਲ ਕੋਈ ਆਪਸ਼ਨ ਨਹੀਂ। ਪੰਜਾਬ ਦੇ ਲੋਕ ਫਿਲਮਾਂ, ਪੰਜਾਬ ਦੇ ਪ੍ਰੋਡਕਸ਼ਨ ਹਾਊਸ ਫਿਲਮਾਂ ਨਹੀਂ ਬਣਾਉਂਦੇ, ਉਹ ਫਿਲਮਾਂ ਬਣਾਉਂਦੇ ਆ। ਤੁਸੀਂ ਹੋਰ ਕਰੋ, ਪਰ ਜਿਹੜੇ ਸਾਡੇ ਵਿਰੋਧੀ ਹੈ ਉਹਨਾਂ ਨਾਲ ਜਦ ਤੱਕ ਸਾਡੀ ਲੜਾਈ ਉਹਨਾਂ ਨਾਲ ਚੱਲ ਰਹੀ ਹੈ, ਸਾਨੂੰ ਗਰੇਜ਼ ਕਰਨਾ ਚਾਹੀਦਾ, ਉਹਨਾਂ ਨਾਲ ਕੰਮ ਨਹੀਂ ਕਰਨਾ ਚਾਹੀਦਾ। ਹਾਂ, ਜਿਹੜਾ ਪਹਿਲਾਂ ਹੋਇਆ ਉਹ ਹੋ ਗਿਆ, ਅਸੀਂ ਉਹਦੇ ਤੇ ਮਿੱਟੀ ਪਾਉਂਦੇ ਆ, ਉਹਦੇ ਲਈ ਅਸੀਂ ਉਹਨਾਂ ਨੂੰ ਨਿੰਦਾਂਗੇ ਨਹੀਂ, ਕਿਉਂਕਿ 2 ਸਾਲ ਪਹਿਲਾਂ ਨਹੀਂ ਪਤਾ ਸੀ ਵੀ ਇਹ ਧਰਨਾ ਚੱਲੂਗਾ। ਪਰ ਹੁਣ ਅਸੀਂ ਅੱਗੇ ਫਰਦਰ ਕੋਈ ਕੰਮ ਨਾ ਉਹਨਾਂ ਦੇ ਨਾਲ ਫਿਊਚਰ ਦੇ ਵਿੱਚ ਕੁਝ ਨਾ ਕਰੀਏ। ਤੇ ਸਾਡਾ ਇਹ ਹੱਕ ਬਣਦਾ ਕਿ ਜੇ ਸਾਡੇ ਲੋਕ ਉੱਥੇ ਬੈਠੇ ਆ 600 550 ਦੇ ਉੱਤੇ ਸ਼ਹਾਦਤਾਂ ਹੋ ਚੁੱਕੀਆਂ, ਸਾਨੂੰ ਉੱਥੇ ਜਾਣਾ ਚਾਹੀਦਾ ਹੈ ਲੋਕਾਂ ਨੂੰ, ਕਿਉਂਕਿ ਉਹ ਵੀ ਸਾਡੀ ਬਜ਼ੁਰਗ ਨੇ। ਅਸੀਂ ਪਿਛਲੇ ਦਿਨਾਂ 'ਚ ਦੇਖੋ ਕਿੱਡਾ ਇੱਕ ਭਾਣਾ ਵਾਪਰਿਆ ਕਿ ਮੈਂ ਤੇ ਰਾਜਵੀਰ ਜਵੰਦਾ ਇੱਕ ਸਟੇਜ ਤੇ ਸੀ, ਪਿੱਛੋਂ ਖਬਰ ਆਈ ਤੇ ਉਹਨਾਂ ਦੇ ਫਾਦਰ ਐਕਸਪਾਇਰ ਹੋ ਗਏ, ਪਰ ਫਿਰ ਵੀ ਉਸ ਮੈਂ ਵੀਰ ਦੇ ਜਜ਼ਬੇ ਨੂੰ ਸਲਾਮ ਕਰਦਾ ਕਿ ਉਹਨੇ ਉੱਥੇ ਗਾਇਆ। ਤਾਂ ਇਸ ਲੈਵਲ ਦੇ ਵੀ ਸਾਡੇ, ਜਿਨ੍ਹਾਂ ਨੂੰ ਹੁਣ ਮੈਂ ਉੱਥੇ ਗੱਲ ਜੋੜਨ ਲੱਗਿਆ ਕਿ ਸਾਨੂੰ ਲੱਚਰ ਕਹਿ ਕੇ ਸੰਬੋਧਨ ਕਰਦੇ ਸੀ ਜਿਹੜੇ ਲੋਕ, ਇਹ ਮੂੰਹ ਤੋੜਵਾਂ ਜਵਾਬ ਹੈ। ਏਜੰਸੀਆਂ ਵੱਲੋਂ ਪ੍ਰਚਾਰ ਹੈ, ਇੱਕ ਝੂਠਾ ਪ੍ਰਚਾਰ ਹੈ ਕਿ ਪੰਜਾਬ 'ਚ ਜੀ ਗਾਉਣੇ ਵਾਲਿਆਂ ਨੇ ਨਸ਼ੇ ਕਰਤੇ ਜੀ, ਫਲਾਣਾ ਕਰਤੇ। ਅੱਜ ਨੌਜਵਾਨ ਤੇ ਆਰਟਿਸਟ ਸਾਰੇ ਇਕੱਠੇ ਹੋ ਕੇ ਲੜ ਰਹੇ ਆ, ਤੇ ਇਹ ਨਹੀਂ ਸੋਚ ਕੇ ਲੜ ਰਹੇ ਵੀ ਮੈਂ ਇੱਕ ਆਰਟਿਸਟ ਹਾਂ। ਨਾ ਮੈਂ ਅੱਜ ਇੱਥੇ ਇੱਕ ਆਰਟਿਸਟ ਬਣ ਕੇ ਆਇਆ, ਨਾ ਮੈਂ ਧਰਨੇ ਦੇ ਵਿੱਚ ਇੱਕ ਆਰਟਿਸਟ ਬਣ ਕੇ ਜਾਂਦਾ ਹੈ। ਉਹ ਮੇਰਾ ਕੰਮ ਹੈ, ਉਹ ਮੇਰਾ ਸ਼ੌਂਕ ਹੈ, ਲੋਕਾਂ ਨੇ ਪਿਆਰ ਦਿੱਤਾ। ਪਰ ਉਦੋਂ ਪਹਿਲਾਂ ਮੈਂ ਇੱਕ ਕਿਸਾਨ ਹਾਂ,
ਉਦੋਂ ਪਹਿਲਾਂ ਮੈਂ ਇੱਕ ਪੰਜਾਬੀ ਹਾਂ, ਜੇ ਮੈਂ ਇੱਥੇ ਆਇਆ ਤਾਂ ਸਾਡੇ ਸੂਬੇ ਦੀ ਲੜਾਈ ਹੈ, ਸਾਡੇ ਲੋਕਾਂ ਦੀ ਲੜਾਈ ਹੈ। ਅਸੀਂ ਵੀ ਇਸ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਹਾਂ, ਇਹ ਸਾਡੀ ਲੜਾਈ ਹੈ। ਉਵੇਂ ਹੀ ਧਰਨੇ ਦੇ ਵਿੱਚ ਹੈ ਤੇ ਉਵੇਂ ਹੀ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਤੁਸੀਂ ਇਹ ਨਾ ਸੋਚੋ ਵੀ ਇਹ ਤਾਂ ਇਕੱਲੇ ਸਟੂਡੈਂਟਾਂ ਦਾ ਹੀ ਲੜਾਈ ਹੈ, ਹਾਂ ਅੰਦੋਲਨ ਹੈ, ਤਾਂ ਤੁਸੀਂ ਵੀ ਵੱਧ ਤੋਂ ਵੱਧ ਇੱਥੇ ਸ਼ਮੂਲੀਅਤ ਕਰੋ ਤਾਂ ਜੋ ਆਪਾਂ ਹੋਰ ਜਿਹੜਾ ਆਖਰੀ ਸਵਾਲ ਤੁਹਾਨੂੰ ਜੀ ਆਖਰੀ ਸਵਾਲ, ਜਿਵੇਂ ਬਿੱਲਾ ਬਾਈ ਹੁਣੀ ਬੈਠੇ ਨੇ, ਬਾਕੀ ਇਹਨਾਂ ਦੇ ਸਾਥੀ ਵੀ ਇੱਥੇ ਬੈਠੇ ਨੇ, ਕੋਈ ਅਗਲੀ ਕਾਲ ਦਿੱਤੀ ਗਈ ਹੈ, ਕਦੋਂ ਕੋਈ ਪ੍ਰੋਗਰਾਮ ਕਰ ਰਹੇ? ਹਾਂਜੀ, ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਵੀ ਬਾਈ ਉਹਨਾਂ ਦਾ ਕਰੂੰਗਾ ਤੇ ਐਪਰੀਸ਼ੀਏਟ ਵੀ ਕਰੂੰਗਾ ਕਿ ਬਹੁਤ 10 ਦਿਨਾਂ ਤੋਂ ਲਗਾਤਾਰ ਇੱਕ ਸਾਨੂੰ ਰਾਹ ਮਿਲ ਗਿਆ ਕਿ ਅਸੀਂ ਯੂਨੀਵਰਸਿਟੀ ਜਾਈਏ, ਕਿੱਥੇ ਧਰਨਾ ਲੱਗਿਆ, ਕਿੱਥੇ ਹੋਇਆ, ਬਾਈ ਡਟਿਆ ਹੋਇਆ ਬਿਲਕੁਲ, ਤੁਸੀਂ ਦੇਖ ਸਕਦੇ ਹੋ ਬੈਰੀਗੇਟਿੰਗ ਹੈ ਪਿੱਛੇ। ਤੇ ਅਗਲੇ ਜਿਹੜੇ ਪ੍ਰੋਗਰਾਮ ਨੇ ਉਹ ਵੀਰਵਾਰ ਦਾ ਇੱਕ ਪ੍ਰੋਗਰਾਮ ਲਿਖਿਆ ਗਿਆ ਕਿ 11 ਤੋਂ 12 ਦੇ ਵਿੱਚ ਜਾਂ 2 ਵਜੇ ਤੱਕ ਇੱਕ ਵੱਡਾ ਇਕੱਠ ਹੈ ਜਿਹੜਾ ਸਾਰੇ ਪੰਜਾਬ 'ਚੋਂ ਲੋਕ ਇੱਥੇ ਪਹੁੰਚ ਰਹੇ ਆ, ਬਹੁਤ ਬੁੱਧੀਜੀਵੀ ਆ ਰਹੇ ਆ, ਬਹੁਤ ਫਨਕਾਰ ਵੀ ਆ ਰਹੇ ਆ, ਅਸੀਂ ਵੀ ਸਾਰੇ ਆਵਾਂਗੇ। ਤੇ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਗਿਣਤੀ 'ਚ ਵੀਰਵਾਰ ਨੂੰ ਤਰੀਕ ਕਿੰਨੀ ਹੈ ਆਪਣਾ 26 ਤਰੀਕ ਹੈ ਜੀ, 26 ਤਰੀਕ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਇੱਥੇ ਲੋਕ ਪਹੁੰਚਣ ਤਾਂ ਜੋ ਆਪਾਂ ਸਰਕਾਰ ਤੇ ਹੋਰ ਪ੍ਰੈਸ਼ਰ ਪਾ ਸਕੀਏ। ਸੋ ਇਹ ਸਨ ਜਸ ਬਾਜਵਾ। ਅੱਜ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਹੋਂਦ ਦੀ ਲੜਾਈ ਵਿਦਿਆਰਥੀ ਵਰਗ ਇੱਥੇ ਲੜ ਰਿਹਾ ਹੈਗਾ, ਸੈਨੇਟ ਦੀਆਂ ਚੋਣਾਂ ਨੂੰ ਕਰਵਾਉਣ ਦੀ ਮੰਗ ਜਿਹੜੀ ਲਗਾਤਾਰ ਚੱਲ ਰਹੀ ਹੈ, ਉਸ ਦਾ ਸਮਰਥਨ ਕਰਨ ਦੇ ਲਈ ਪਹੁੰਚੇ ਸੀ। ਸਾਫ਼ ਤੌਰ ਤੇ ਗੱਲ ਕਹਿ ਰਹੇ ਨੇ ਕਿ ਸਾਨੂੰ ਹਰ ਪਾਸੇ ਧਰਨੇ ਲਾਉਣੇ ਪੈ ਰਹੇ ਨੇ ਆਪਣੇ ਹੱਕਾਂ ਦੇ ਲਈ, ਤੇ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਕਿ ਜਿਸ ਤਰੀਕੇ ਦਾ ਅੰਦੋਲਨ ਚੱਲ ਰਿਹਾ ਕਿਸਾਨ ਅੰਦੋਲਨ, ਉਸੇ ਤਰੀਕੇ ਦੇ ਅੰਦੋਲਨ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੋਣ ਲੱਗੇ ਨੇ, ਕਿਉਂਕਿ ਕਾਰਨ ਇਹੀ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਆ ਰਹੀ ਹੈ ਤੇ ਜਾਗਰੂਕਤਾ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਬਦਲਾਅ ਦੀ ਜਿਹੜੀ ਗੱਲ ਆ ਉਹ ਜਸ ਬਾਜਵਾ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਇੱਕ ਵੱਡਾ ਬਦਲਾਅ ਜਿਹੜਾ ਆ ਉਹ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਵੀ ਦੇਖਣ ਨੂੰ ਮਿਲੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਿਓ। ਸਹਿਯੋਗੀ ਦਲਵੀਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।